ਨਸ਼ਾ ਸਾਡੇ ਪਿੰਡ ਵਿਕ ਰਿਹਾ ਧੁਰਲੇਦਾਰ ਕਿਤੇ ਨਾ ਕਿਤੇ ਮਿਲੀ ਭਗਤ ਹੈ। ਇਸ ਲਈ ਨਸ਼ਾ ਇਦਾਂ ਦੇ ਪਿੰਡਾਂ ਦੇ ਵਿੱਚ ਜਿੱਥੇ ਬੱਸਾਂ ਨਹੀਂ ਜਾਂਦੀਆਂ ਉੱਥੇ ਨਸ਼ੇ ਦੀਆਂ ਗੱਡੀਆਂ ਆ ਰਹੀਆਂ ਹੈ। ਕਿਰਾਇਆ ਚੌਂਕੀ ਤੇ ਧਲੇਤਾ ਚੌਂਕੀ ਇਹ ਵਿਕਾ ਰਹੀ ਹੈ। ਪਹਿਲਾਂ ਨਸ਼ਾ ਵਿਕਦਾ ਹੁੰਦਾ ਸੀ ਡੋਡਿਆਂ ਦਾ, ਤੇ ਹੁਣ 10 ਸਾਲਾਂ ਤੋਂ ਚਿੱਟਾ ਜਿੱਦਾਂ ਵੱਧਦਾ ਹੀ ਜਾਂਦਾ। ਮੇਰੇ ਪੁੱਤ ਤਾਂ ਨਸ਼ੇ ਨਾਲ ਹੀ ਮਰਿਆ। ਹੁਣ ਤਾਂ 15 13 14 ਸਾਲ ਤੋਂ ਬੱਚੇ ਵੀ ਜਿਹੜੇ ਇਨਵੋਲਵ ਹੋ ਗਏ ਇਹਦੇ ਵਿੱਚ। ਹੁਣ ਸਾਡੇ ਪਿੰਡ ਦੇ ਵਿੱਚ ਅੱਤ ਹੋ ਗਈ ਆ। ਅੱਤ ਹੋ ਗਈ ਤਾਂ ਅਸੀਂ ਉੱਠੇ ਆ। ਸਾਡੇ ਪਿੰਡ ਚੌਂਕੀ ਆ, ਸਾਨੂੰ ਬਹੁਤ ਮਾਣ ਹੈ ਇਸ ਚੌਂਕੀ ਤੇ। ਇਸ ਚੌਂਕੀ ਨੇ ਸਾਨੂੰ ਬਹੁਤ ਕੁਝ ਦਿੱਤਾ। ਸਾਡੇ ਪਿੰਡ ਚੋਰ ਬਣਾਤੇ, ਸਾਡੇ ਪਿੰਡ ਦੇ ਮੁੰਡੇ ਨਸ਼ਾ ਕਰਨ ਵਾਲੇ ਬਣਾਤੇ। ਮੇਰਾ ਤਾਂ ਦੂਆ ਮੁੰਡਾ ਵੀ ਖਾਂਦਾ। 12 ਘਰ ਚਿੱਟਾ ਵੇਚਦੇ ਆ, ਹੋਲਸੇਲ ਦਾ ਕੰਮ। ਰੋਜ਼ ਅੱਧਾ ਕਿਲੋ ਚਿੱਟਾ ਧਲੇਤੇ ਚੋਂ ਬਾਹਰ ਜਾ ਰਿਹਾ। ਸਵਾਗਤ, ਤੁਸੀਂ ਵੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਮੈਂ ਹਾਂ ਗੁਰਪ੍ਰੀਤ ਦੇਵ। ਪਿੰਡ ਧਲੇਤਾ 'ਚ ਖੜੇ ਆ। ਉਹ ਪਿੰਡ ਜਿਹੜਾ ਕਿ ਫਲੌਰ ਹਲਕੇ 'ਚ ਪੈਂਦਾ ਹੈ ਤੇ ਜ਼ਿਲ੍ਹਾ ਜਲੰਧਰ ਹੈ। ਬਦਲਾਅ ਦੀਆਂ ਗੱਲਾਂ ਕਰਦੀ ਹੈ ਸਰਕਾਰ। ਮੰਨਦੇ ਆ ਕਿ 3 ਮਹੀਨੇ ਹੋਏ ਨੇ ਸਰਕਾਰ ਬਣੀ ਨੂੰ। ਇਸ ਤੋਂ ਪਹਿਲਾਂ ਵੀ ਸਰਕਾਰਾਂ ਸੀ, ਅਸੀਂ ਉਹਨਾਂ ਨੂੰ ਵੀ ਇਸੇ ਕਟਹਿਰੇ 'ਚ ਖੜਾ ਕਰਦੇ ਹਾਂ। ਬਦਲਾਅ ਦੀ ਸੂਰਤ, ਬਦਲਾਅ ਦੀ ਤਸਵੀਰ ਤੁਸੀਂ ਆ ਲੱਗੇ ਹੋਏ ਬੋਰਡ ਤੋਂ ਦੇਖ ਸਕਦੇ ਹੋ। ਚੇਤਾਵਨੀ ਦੇ ਰਿਹਾ ਇਹ ਬੋਰਡ ਕਿ ਇਸ ਪਿੰਡ ਵਿੱਚ ਜਿਹੜਾ ਵੀ ਵਿਅਕਤੀ ਨਸ਼ਾ ਵੇਚਦਾ ਜਾਂ ਖਰੀਦਦਾ ਫੜਿਆ ਗਿਆ, ਉਸ ਖਿਲਾਫ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇ। ਇਹ ਗੱਲ ਲਿਖੀ ਹੋਈ ਹੈ। ਪਿੰਡ ਧਲੇਤਾ ਉਹ ਪਿੰਡ ਹੈ ਜਿੱਥੋਂ ਦੇ ਸਰਪੰਚ ਹਰਜੀਤ ਸਿੰਘ ਖੁਦ ਉਦਮ ਕਰਦੇ ਨੇ, ਧਰਨਾ ਲਗਾਉਂਦੇ ਨੇ, ਕਿਉਂਕਿ ਉਹਨਾਂ ਨੂੰ ਦਰਦ ਹੈ ਪਿੰਡ ਵਿੱਚ ਹੋ ਰਹੀਆਂ ਮੌਤਾਂ ਦਾ। ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਮੈਂ ਮੂੰਹ ਜ਼ਬਾਨੀ ਦੱਸ ਸਕਦਾ ਕਿ ਪਿੰਡ ਦੇ ਵਿੱਚ ਕੌਣ-ਕੌਣ ਨਸ਼ਾ ਵੇਚਦਾ ਤੇ ਉਹ ਦੱਸਦੇ ਨੇ ਪੁਲਿਸ ਪ੍ਰਸ਼ਾਸਨ ਨੂੰ। ਪਰ ਪੁਲਿਸ ਪ੍ਰਸ਼ਾਸਨ ਕਿਉਂ ਚੁੱਪ ਹੈ, ਇਹ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਪਿੰਡ ਵਾਸੀ ਤੇ ਸਰਪੰਚ ਮੌਜੂਦ ਨੇ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ। ਸੱਥ ਦੇ ਵਿੱਚ ਮੌਜੂਦ ਹਾਂ। ਇਕੱਠ ਹੋਇਆ ਹੈ। ਸਾਰੇ ਲੋਕ ਬੈਠੇ ਨੇ। ਤੁਸੀਂ ਚਿਹਰਿਆਂ ਤੋਂ ਚਿੰਤਾ ਦੇਖ ਸਕਦੇ ਹੋ। ਚਿੰਤਾ ਹੈ ਆਪਣੇ ਪਿੰਡ ਦੇ ਭਵਿੱਖ ਨੂੰ ਲੈ ਕੇ। ਭਵਿੱਖ ਜੋ ਕਿ ਇੰਜੀਨੀਅਰ ਬਣਨਾ ਚਾਹੀਦਾ ਹੈ, ਡਾਕਟਰ ਬਣਨਾ ਚਾਹੀਦਾ ਹੈ, ਵੱਡੀਆਂ ਪੋਸਟਾਂ ਤੇ ਪਹੁੰਚਣਾ ਚਾਹੀਦਾ ਹੈ, ਉਹ ਭਵਿੱਖ ਗਰਕ ਹੋ ਰਿਹਾ ਹੈ ਨਸ਼ੇ ਦੇ ਗੁਲਤਾਨ ਦੇ ਵਿੱਚ। ਨਸ਼ਾ ਇਸ ਪਿੰਡ ਨੂੰ ਖੋਰ ਰਿਹਾ ਹੈ, ਭਵਿੱਖ ਨੂੰ ਖੋਰ ਰਿਹਾ ਹੈ। ਸਾਡੇ ਨਾਲ ਪਿੰਡ ਦੇ ਸਰਪੰਚ ਤੇ ਹੋਰ ਲੋਕ ਮੌਜੂਦ ਨੇ। ਗੱਲ ਪਹਿਲਾਂ ਪਿੰਡ ਦੇ ਸਰਪੰਚ ਤੋਂ ਸ਼ੁਰੂਆਤ ਕਰਦੇ ਹਾਂ ਕਿ ਮਾਜਰਾ ਕੀ ਹੈ, ਇਹ ਨਸ਼ਾ ਜੋ ਹੈ ਇਹਨਾਂ ਦੇ ਪਿੰਡ ਵਿੱਚ ਕਦੋਂ ਤੋਂ ਕਿਵੇਂ ਪੈਰ ਪਸਾਰ ਰਿਹਾ ਹੈ ਤੇ ਕਿਵੇਂ ਜਾਨਾਂ ਜਾ ਰਹੀਆਂ ਨੇ। ਪਹਿਲਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਬੀਤੇ ਦਿਨੀ ਧਰਨਾ ਲਗਾਇਆ ਪੁਲਿਸ ਦੇ ਖਿਲਾਫ, ਪ੍ਰਸ਼ਾਸਨ ਦੇ ਖਿਲਾਫ। ਤੁਸੀਂ ਮੰਗ ਰੱਖੀ ਸੀ ਕਿ ਨਸ਼ਾ ਜ਼ੋਰਾਂ ਤੇ ਹੈ, ਤੇ ਮਾਜਰਾ ਕੀ ਸੀ ਸਾਰਾ ਜਰਾ ਖੋਲ ਕੇ ਦੱਸਿਓ। ਮਾਜਰਾ ਇਹ ਨਸ਼ਾ ਸਾਡੇ ਪਿੰਡ ਵਿਕ ਰਿਹਾ ਧੁਰਲੇਦਾਰ। ਅਸੀਂ ਕਈ ਵਾਰੀ ਇਹਨਾਂ ਨੂੰ ਦਰਖਾਸਤਾਂ ਲਿਖ ਕੇ ਦੇ ਚੁੱਕੇ ਹਾਂ। ਗਰਾਇਆ SHO ਨੂੰ ਵੀ, ਧਲੇਤਾ ਚੌਂਕੀ ਨੂੰ ਵੀ, ਕੋਈ ਸਾਡੀ ਸੁਣਵਾਈ ਨਹੀਂ। ਐਂਡ 'ਤੇ ਆ ਕੇ ਅਸੀਂ ਧਰਨੇ ਦਾ ਹੀ ਯਤਨ ਕੀਤਾ ਪਿੰਡ ਵਾਲੇ ਨੇ, ਏਕਾ ਕਰਕੇ ਪੰਚਾਇਤ ਨੇ। ਅਤੇ ਧਰਨਾ ਪਹਿਲਾਂ ਹੀ ਮੱਲਿਆ ਸੀਗਾ ਅਤੇ ਇਹ ਨਹੀਂ ਸਾਡੇ ਕੋਲ 2 ਤੋਂ 3 ਦਿਨ ਮੰਗੇ ਸੀਗੇ। ਉਹਦੇ ਵਿੱਚ ਇਹ ਨਹੀਂ ਕੋਈ ਨਹੀਂ ਫੜਿਆ। 2 ਬੰਦੇ ਫੜੇ ਅਤੇ ਉਹਨਾਂ ਨੂੰ ਗੋਲੀਆਂ ਪਾ ਕੇ ਉਹ ਫਿਰ ਛੁੱਟ ਜਾਣੇ ਆ। ਅਤੇ ਫਿਰ ਪਿੰਡ ਵਾਲਿਆਂ ਨੇ 10 ਕੁ ਦਿਨਾਂ ਬਾਅਦ ਫਿਰ ਸੋਚਿਆ ਵੀ ਇਹਨਾਂ ਦੀ ਢਿੱਲੀ ਗੁਜ਼ਾਰੀ ਆ। ਫਿਰ ਸਾਡੇ ਇੱਥੇ ਮਠੱਡਾ ਸਬ ਸਰਪੰਚ ਹੈ ਕਾਂਤੀਮਨ ਜੀ, ਉਹਨਾਂ ਦੀ ਅਗਵਾਈ ਦੇ ਹੇਠ ਅਸੀਂ ਧਰਨਾ ਲਿਆ। ਯੋਜਨਾ ਬਣਾ ਕੇ ਐਨ ਤਰੀਕੇ ਨਾਲ 100 ਬੰਦਾ ਰੋਜ਼ ਬੈਠੂਗਾ। ਅਤੇ ਸਾਨੂੰ ਨਹੀਂ ਪਤਾ ਸੀਗਾ ਵੀ ਇਕੱਲੇ ਹੀ ਸਾਡਾ ਹੱਲ ਹੋ ਜਾਣਾ। ਅਤੇ ਕੱਲ੍ਹ 11 ਵਜੇ ਬੈਠੇ ਸੀਗੇ ਅਤੇ ਰਾਤ ਨੂੰ 8 ਕੁ ਵਜੇ ਮੇਰਾ ਖਿਆਲ 8 ਕੁ ਵਜੇ ਅਸੀਂ ਆਏ ਸੀਗੇ ਅਤੇ ਉਹਨੇ ਸਾਨੂੰ ਲਿਖਤੀ ਰੂਪ 'ਚ ਦਿੱਤਾ ਆ। ਅਤੇ ਸਾਨੂੰ ਅਸੀਂ ਜਨਤਕ ਵੀ ਕਰ ਦਿੰਦੇ ਹਾਂ ਅਤੇ ਵੀ 10 ਦਿਨ ਦੇ ਅੰਦਰ ਅੰਦਰ ਤੁਹਾਡਾ ਚਿੱਟਾ ਬੰਦ ਕੀਤਾ ਜਾਊਗਾ, ਵੀ ਕੋਈ ਨਾ ਵਿਕੂਗਾ। ਜੇ ਵਿਕੂਗਾ ਤਾਂ ਇਹ ਮੰਨਿਆ ਜਾਊਗਾ ਵੀ ਗਰਾਇਆ ਚੌਂਕੀ ਅਤੇ ਧਲੇਤਾ ਚੌਂਕੀ ਇਹ ਵਿਕਾ ਰਹੀ ਆ। ਇਹ ਹੱਲ ਹੁੰਦਾ ਹੋਇਆ ਨਜ਼ਰ ਆ ਰਿਹਾ ਜਾਂ ਬਸ ਹਾਲੇ ਵੀ ਧਰਵਾਸਾ ਹੀ ਮਿਲਿਆ?
ਨਹੀਂ ਅੱਜ ਤਾਂ ਚਲੋ ਜਿੱਦਾਂ ਇਹਨਾਂ ਦਾ ਸਵੇਰੇ ਮੈਂ 5 ਵਜੇ ਉੱਠਿਆ ਸੀਗਾ ਤੇ ਦੇਖਿਆ ਤੇ ਚੰਗਾ ਜਾਣੀ ਕਿ ਇਕੱਠ ਇਹਨਾਂ ਦਾ 50 ਕੁ ਬੰਦਿਆਂ ਦਾ ਪੁਲਿਸ ਵਾਲਿਆਂ ਦਾ ਸਮਰਾੜੀ ਤੋਂ ਗਰਾਇਆ ਤੋਂ ਆ ਰਹੇ ਸੀਗੇ ਜੀ ਤੇ ਸਾਡੇ ਪਿੰਡੋਂ ਤਾਂ ਨਹੀਂ ਚੁੱਕ ਗਿਆ, ਸਮਰਾੜੀ ਤੋਂ ਪਤਾ ਲੱਗਾ ਵੀ ਬੰਦੇ ਚੁੱਕ ਕੇ ਲੈ ਕੇ ਆਏ ਆ। ਬਾਕੀ ਹੁਣ ਦੇਖੋ 10 ਦਿਨ ਸਾਨੂੰ ਦੇਖਣੇ ਪੈਣੇ, ਟਾਈਮ ਲਿਆ ਤਾਂ ਉਹ ਪਤਾ ਲੱਗੂਗਾ ਕੀ ਢਿੱਲੀ ਗੁਜ਼ਾਰੀ ਇਹਨਾਂ ਦੀ ਆ। ਜੀ ਸਾਡੇ ਨਾਲ ਬਜ਼ੁਰਗ ਮੌਜੂਦ ਨੇ। ਮੰਨਿਆ ਜਾਂਦਾ ਹੈ ਕਿ ਬਜ਼ੁਰਗ ਪਿੰਡ ਦੀ ਬਿੜਕ ਰੱਖਦੇ ਨੇ, ਹਰ ਘਰ ਦੀ ਵੀ ਬਿੜਕ ਰੱਖਦੇ ਨੇ ਕਿ ਘਰ ਵਿੱਚ ਕੀ ਹੋ ਰਿਹਾ ਹੈ ਤੇ ਪਿੰਡ ਵਿੱਚ ਕੀ ਹੋ ਰਿਹਾ ਹੈ। ਇਹ ਆਪਾਂ ਬਜ਼ੁਰਗਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਕਿਹੋ ਜਿਹਾ ਹਾਲ ਹੈ ਜੀ ਪਿੰਡ ਵਿੱਚ? ਪਿੰਡ ਵਿੱਚ ਹਾਲਾਤ ਕੁਝ ਜ਼ਿਆਦਾ ਹੀ ਮਾੜੇ ਆ। ਜੇ ਬੰਦੇ ਆਪਣਾ ਜਿਹੜੀ ਪੰਚਾਇਤ ਆ ਚੱਕਦੀ ਆ, ਬਹੁਤ ਸੋਹਣਾ ਕੰਮ ਕਰਦੀ ਆ, ਪਰ ਮਗਰ ਜਨਤਾ ਨਹੀਂ ਪੂਰੀ ਤੁਰਦੀ। ਇਹ ਪੂਰੀ ਜਨਤਾ ਤੁਰੇ ਤਾਂ ਇਸ ਚੀਜ਼ ਨੂੰ ਨੱਥ 10 ਦਿਨਾਂ ਦੀ ਕੀ 5 ਦਿਨਾਂ ਦੀ ਵੀ ਪੈ ਸਕਦੀ ਆ। ਪੁਲਿਸ ਕੁਛ ਵੀ ਨਹੀਂ ਕਰ ਸਕਦੀ ਕਿਉਂ ਅਸੀਂ ਪਿੰਡ ਦੇ ਵਿੱਚ 24 ਘੰਟੇ ਰਹਿੰਦੇ ਆ, ਪਰ ਕੀ ਆ ਉਹ ਜਿਹੜੀ ਬਾਕੀ ਦੀ ਜਨਤਾ ਪੂਰੀ ਸਰਪੰਚ ਸਾਹਿਬ ਦਾ ਸਾਥ ਨਹੀਂ ਦੇ ਰਹੀ। ਆਪਾਂ ਤਾਂ ਇਹੀ ਗੱਲ ਕਹੀ ਜਾਂਦੇ। ਖਾਸ ਕਰਕੇ ਕਿਹੜੀ ਪੀੜ੍ਹੀ ਤੁਹਾਨੂੰ ਲੱਗਦਾ ਹੈ ਕਿ ਵੱਧ ਗੁਲਤਾਨ ਹੋ ਰਹੀ ਹੈ ਤੁਹਾਡੇ ਪਿੰਡ ਵਿੱਚ? ਜਿੱਦਾਂ ਸਰਪੰਚ ਸਾਹਿਬ ਦੱਸ ਰਹੇ ਨੇ ਕਿ ਵੱਡੀ ਗਿਣਤੀ 'ਚ ਨਸ਼ੇ ਦਾ ਵਪਾਰ ਵੀ ਹੁੰਦਾ ਹੈ, ਨਸ਼ੇ ਪਿੰਡ ਦੇ ਬੱਚੇ ਨਸ਼ੇ ਵਿੱਚ ਲੱਗਦੇ ਵੀ ਨੇ। ਕਿਹੜੀ ਉਮਰ ਵਰਗ ਹੈ ਜਿਹੜਾ ਜ਼ਿਆਦਾ ਇਸ ਪਾਸੇ ਨੂੰ ਹੋ ਰਿਹਾ? ਹਾਂਜੀ ਦੇਖੋ, ਪਹਿਲਾਂ ਤਾਂ ਜੋ ਜਵਾਨ ਸੀ 20-25 ਸਾਲ ਦੇ, ਉਹ ਜ਼ਿਆਦਾ ਇਸ ਨਸ਼ੇ ਦੇ ਦਲਦਲ ਵਿੱਚ ਸੀ, ਪਰ ਹੁਣ ਜਿਵੇਂ ਜਿਵੇਂ ਨਸ਼ੇ ਦੀ ਜ਼ਿਆਦਾ ਤਸਕਰੀ ਵੱਧਦੀ ਜਾ ਰਹੀ ਹੈ, ਹੁਣ ਤਾਂ 15, 13, 14 ਸਾਲ ਤੋਂ ਬੱਚੇ ਵੀ ਜਿਹੜੇ ਇਨਵੋਲਵ ਹੋ ਗਏ ਇਹਦੇ ਵਿੱਚ। ਸੋ ਸਾਡਾ ਜਿਹੜਾ ਮੇਨ ਮੁੱਦਾ ਸੀ, ਅਸੀਂ ਪ੍ਰਸ਼ਾਸਨ ਤੋਂ ਉਮੀਦ ਰੱਖੀ ਸੀ, ਪਰ ਪ੍ਰਸ਼ਾਸਨ ਨੇ ਸਾਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ। ਫਿਰ ਪਿੰਡ ਦੇ ਲੋਕਾਂ ਨੇ, ਨੌਜਵਾਨਾਂ ਨੇ ਆਪ ਉੱਦਮ ਚੁੱਕ ਕੇ ਇਸ ਪਹਿਲ ਨੂੰ ਸ਼ੁਰੂ ਕੀਤਾ ਤੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਜੋ ਹੈ ਪ੍ਰਸ਼ਾਸਨ ਦਾ ਹੈ। ਤੁਸੀਂ ਇੱਕ ਲੋਕਡਾਊਨ ਦੀ ਐਗਜ਼ਾਮਪਲ ਲੈ ਲਓ। ਪੂਰੇ ਹਿੰਦੁਸਤਾਨ ਨੂੰ 140 ਕਰੋੜ ਆਬਾਦੀ ਨੂੰ ਪੁਲਿਸ ਨੇ 40 ਦਿਨਾਂ ਵਾਸਤੇ 6 ਮਹੀਨੇ ਵਾਸਤੇ ਅੰਦਰ ਡੱਕ ਕੇ ਰੱਖਿਆ। ਜੇ ਉਹ 140 ਕਰੋੜ ਲੋਕਾਂ ਤੇ ਕਾਬੂ ਪਾ ਸਕਦੀ ਆ ਤਾਂ ਜਿਹੜੇ ਨਸ਼ਾ ਤਸਕਰ ਹੈ ਕੁਝ ਗਿਣਤੀ ਦੇ ਲੋਕ ਹੀ ਨੇ, ਇਹਨਾਂ ਨੂੰ ਵੀ ਬਿਲਕੁਲ ਇਹਨਾਂ ਤੇ ਨੱਥ ਪਾਈ ਜਾ ਸਕਦੀ ਹੈ। ਪੁਲਿਸ ਕੋਲ ਬਹੁਤ ਪਾਵਰ ਹੈ, ਇੰਟੈਲੀਜੈਂਸ ਹੈ, ਉਹਨਾਂ ਕੋਲ ਪੂਰੇ ਸਾਧਨ ਹੈ, ਪਰ ਇਹ ਕਿਤੇ ਨਾ ਕਿਤੇ ਮਿਲੀ ਭਗਤ ਹੈ। ਇਸ ਲਈ ਨਸ਼ਾ ਬਾਰਡਰਾਂ ਤੋਂ ਕ੍ਰੋਸ ਹੋ ਕੇ, ਇੰਨੀਆਂ ਚੈੱਕ ਪੋਸਟਾਂ ਕ੍ਰੋਸ ਹੋ ਕੇ ਅੱਜ ਹਰ ਇੱਕ ਇੱਦਾਂ ਦੇ ਪਿੰਡਾਂ ਦੇ ਵਿੱਚ ਜਿੱਥੇ ਬੱਸਾਂ ਨਹੀਂ ਜਾਂਦੀਆਂ ਉੱਥੇ ਨਸ਼ੇ ਦੀਆਂ ਗੱਡੀਆਂ ਆ ਰਹੀਆਂ ਹੈ। ਸੋ ਜਿੰਨੀ ਇਹ ਸਪਲਾਈ ਜ਼ਿਆਦਾ ਨਸ਼ੇ ਦੀ ਪੰਜਾਬ ਦੇ ਵਿੱਚ ਹੋਏਗੀ, ਉਨਾ ਹੀ ਜ਼ਿਆਦਾ ਚਾਂਸ ਹੈ ਕਿ ਜਿਹੜੇ ਸਾਡੇ ਨੌਜਵਾਨ ਆ, ਛੋਟੇ ਬੱਚੇ ਆ, ਉਹ ਇਹਦੇ ਵਿੱਚ ਇਨਵੋਲਵ ਹੁੰਦੇ ਨੇ। ਸੋ ਇਸ ਕਰਕੇ ਇਹ ਦੋਨਾਂ ਸਾਈਡ ਤੋਂ ਇੱਕ ਮੈਂ ਹੋਰ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਜੇ ਪ੍ਰਸ਼ਾਸਨ ਫੇਲ ਆ ਤੇ ਇਹਨਾਂ ਨੇ ਹਾਰ ਨਹੀਂ ਮੰਨੀ, ਇਹਨਾਂ ਨੇ ਇਹ ਜ਼ਿੰਮੇਵਾਰੀ ਚੁੱਕੀ, ਡੈਮੋਕ੍ਰੇਸੀ ਨੂੰ ਪ੍ਰੋਪਰ ਲਾਗੂ ਕੀਤਾ। ਤੇ ਇਹ ਦੂਜੇ ਪਿੰਡਾਂ ਵਾਸਤੇ ਵੀ ਇੱਕ ਉਦਾਹਰਣ ਹੈ ਕਿ ਜੇ ਪ੍ਰਸ਼ਾਸਨ ਨਹੀਂ ਕੰਮ ਕਰਦਾ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਤੁਹਾਨੂੰ ਆਪ ਮੈਦਾਨ ਦੇ ਵਿੱਚ ਉਤਰਨਾ ਪਏਗਾ, ਅੰਦੋਲਨ ਤੇ ਸੰਘਰਸ਼ ਕਰਨਾ ਪਏਗਾ। ਸੋ ਇਸ ਤਰ੍ਹਾਂ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਜੋ ਮਿਹਨਤ ਹੈ, ਸਾਡੇ ਮਾਣਯੋਗ ਸਰਪੰਚ ਸਾਹਿਬ ਕਾਂਤੀ ਮੋਹਨ ਜੀ ਤੇ ਸਾਡੇ ਪਿੰਡ ਦੀ ਪੰਚਾਇਤ ਇਹਨਾਂ ਦੇ ਲੀਡਰਸ਼ਿਪ ਦੇ ਵਿੱਚ ਅਸੀਂ ਇਹਨਾਂ ਦਾ ਸਾਥ ਦੇ ਕੇ ਅਸੀਂ ਇਸ ਕੋੜ ਨੂੰ ਜੜੋਂ ਵੱਢਣ ਦੀ ਯਤਨ ਕੀਤਾ ਤੇ ਉਮੀਦ ਕਰਦੇ ਹਾਂ ਕਿ ਜਲਦੀ ਵੱਢਿਆ ਜਾਏਗਾ ਜੀ। ਸਾਡੇ ਨਾਲ ਹੋਰ ਲੋਕ ਵੀ ਮੌਜੂਦ ਨੇ, ਪੰਚ ਨੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ। ਕਹਿੰਦੇ ਚਿੱਟਾ ਇੱਥੇ ਖੰਡ ਦੀ ਤਰ੍ਹਾਂ ਮਿਲ ਜਾਂਦਾ, ਆਮ ਹੋਇਆ ਪਿਆ। ਬਿਲਕੁਲ ਕਿੰਨਾ ਕੰਮ ਹੈ? ਆਮ ਤਾਂ ਇਦਾਂ ਹੈ ਜੀ, ਸਾਡੀ ਜਿੱਦਾਂ ਪਿੱਛੇ ਸਿਆਣਿਆਂ ਤੋਂ ਲਾ ਲਓ ਜਾਂ ਆਜ਼ਾਦੀ ਵੀ ਸਾਡੇ ਪਿੰਡ ਅਸੀਂ ਸੌਰਤ ਸੰਭਾਲੀ ਆ, ਚੌਂਕੀ ਸਾਡੇ ਪਿੰਡੇ ਹੀ ਆ। ਔਰ ਹੁਣ ਜਿੱਦਾਂ 10 ਕੁ ਸਾਲਾਂ ਤੋਂ ਸਾਡੇ ਪਿੰਡ ਪਹਿਲਾਂ ਨਸ਼ਾ ਵਿਕਦਾ ਹੁੰਦਾ ਸੀ ਡੋਡਿਆਂ ਦਾ, ਤੇ ਹੁਣ 10 ਸਾਲਾਂ ਤੋਂ ਸਾਡੀ ਇਹ ਪ੍ਰੋਬਲਮ ਆ ਰਹੀ ਹੈ ਪਿੰਡ ਦੀ ਵੀ ਹੌਲੀ ਹੌਲੀ ਕਰਕੇ ਚਿੱਟਾ ਜਿੱਦਾਂ ਵੱਧਦਾ ਹੀ ਜਾਂਦਾ। ਹੁਣ ਚਿੱਟੇ ਦੇ ਨਾਲ ਸਾਡੇ ਪਿੰਡ ਕਈ ਮੌਤਾਂ ਹੋ ਚੁੱਕੀਆਂ। ਇਸ ਕਰਕੇ ਜਦੋਂ ਸਾਡੀ ਪੰਚਾਇਤ ਮੂਵ ਦੇ ਵਿੱਚ ਆਈ ਆ, ਉਦੋਂ ਦੇ ਅਸੀਂ ਰਿਪੋਰਟਾਂ ਦੇ ਰਹੇ ਸੀਗੇ, ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਫਿਰ ਸਾਡੀ ਕਿਸੇ ਯੋਧੇ ਨਾਲ ਗੱਲ ਹੋਈ, ਪੰਜਾਬ 'ਚ 2 ਯੋਧੇ ਆ, ਸਾਡੀ ਇੱਕ ਯੋਧੇ ਨਾਲ ਗੱਲ ਹੋਈ, ਉਹਨਾਂ ਨੇ ਸਾਨੂੰ ਤਰੀਕਾ ਦੱਸਿਆ। ਜਦੋਂ ਅਸੀਂ ਰਿਪੋਰਟ ਕਰਨ ਗਏ, ਅਸੀਂ ਉਹਨਾਂ ਨੂੰ ਰਿਪੋਰਟ ਆਪਣੀ ਲਿਖਤੀ ਰੂਪ 'ਚ ਦਿੱਤੇ ਨਾ ਬੰਦਿਆਂ ਦੇ ਵੀ ਆਹ ਪਿੰਡ ਸਾਡੇ ਪਿੰਡ ਚਿੱਟਾ ਵੇਚਦੇ ਆ, ਔਰ ਉਹ 12 ਘਰ ਨਿਕਲੇ ਧਲੇਤੇ ਦੇ ਵਿੱਚ ਜੋ ਚਿੱਟਾ ਵੇਚਦੇ ਆ। ਸਾਡੀ 700 ਪੋਲ ਹੁੰਦੀ ਆ, 12 ਘਰ ਇੱਦਾਂ ਦੇ ਨਿਕਲੇ ਵੀ ਜੋ ਚਿੱਟੇ ਦਾ ਕੰਮ ਕਰਦੇ ਪਏ ਆ। ਤੇ ਅਸੀਂ ਇਹਨਾਂ ਨੂੰ ਰਿਪੋਰਟਾਂ ਦਿੱਤੀਆਂ, ਦੂਸਰੇ ਮਹੀਨੇ ਫੇਰ ਦਿੱਤੀਆਂ, ਫੇਰ ਐਸਆਈ ਚੇਂਜ ਹੁੰਦੇ ਆਏ ਆ। ਹਰ ਮਹੀਨੇ ਸਾਡੇ ਪਿੰਡੋਂ ਐਸਆਈ ਚੇਂਜ ਹੋ ਜਾਂਦਾ। ਸਾਡੇ ਪਿੰਡ ਚੌਂਕੀ ਆ, ਸਾਨੂੰ ਬਹੁਤ ਮਾਣ ਹੈ ਇਸ ਚੌਂਕੀ ਤੇ। ਇਸ ਚੌਂਕੀ ਨੇ ਸਾਨੂੰ ਬਹੁਤ ਕੁਝ ਦਿੱਤਾ। ਸਾਡੇ ਪਿੰਡ ਚੋਰ ਬਣਾਤੇ, ਸਾਡੇ ਪਿੰਡ ਦੇ ਮੁੰਡੇ ਲਟੇਰੇ ਬਣਾਤੇ, ਸਾਡੇ ਪਿੰਡ ਦੇ ਮੁੰਡੇ ਨਸ਼ਾ ਕਰਨ ਵਾਲੇ ਬਣਾਤੇ,
ਸਾਡੇ ਪਿੰਡ 'ਚ ਮੁੰਡੇ ਬਦਮਾਸ਼ ਬਣਾਤੇ। ਇਸ ਚੌਂਕੀ ਨੇ ਸਾਨੂੰ ਬਹੁਤ ਕੁਝ ਦਿੱਤਾ। ਆਜ਼ਾਦੀ ਇਹ ਚੌਂਕੀ ਸਾਡੇ ਪਿੰਡ ਆ, ਸਾਡੇ ਦੇਖਣ 'ਚ ਸਾਨੂੰ ਇਹਨਾਂ ਨੇ ਬਹੁਤ ਕੁਝ ਦਿੱਤਾ। ਪਰ ਹੁਣ ਇਹਨਾਂ ਨੂੰ ਇਹ ਕੰਮ ਬੰਦ ਕਰਨਾ ਪੈਣਾ, ਕਿਉਂਕਿ ਸਾਡਾ ਪਿੰਡ, ਸਾਡੀ ਗ੍ਰਾਮ ਪੰਚਾਇਤ ਨੂੰ ਇਹ ਗੱਲ ਸਮਝ ਆ ਗਈ ਵੀ ਇਹ ਕੀ ਕੁਝ ਕਰਨਾ ਚਾਹੁੰਦੇ ਆ, ਕਿਉਂ ਇਦਾਂ ਕਰਦੇ ਪਏ ਆ। ਸਾਰੇ ਜਾਗਰੂਕ ਹੋ ਚੁੱਕੇ ਆ। ਪੰਜਾਬ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਸ਼ਰੇਆਮ ਫਲੋਰ ਹਲਕੇ 'ਚ ਚਿੱਟਾ ਵਿਕਦਾ ਪਿਆ। ਹਰ ਪਿੰਡ ਦੀ ਪ੍ਰੋਬਲਮ ਆ ਵੀ ਚਿੱਟੇ ਦਾ, ਹਰੇਕ ਪਿੰਡ 'ਚ ਚਿੱਟੇ ਦਾ ਸੇਵਨ ਹੁੰਦਾ ਔਰ ਹੋਲਸੇਲ ਦਾ ਕੰਮ ਧਲੇਤੇ 'ਚ ਹੋ ਰਿਹਾ। 12 ਘਰ ਚਿੱਟਾ ਵੇਚਦੇ ਆ। ਹੋਲਸੇਲ ਦਾ ਕੰਮ, ਰੋਜ਼ ਅੱਧਾ ਕਿਲੋ ਚਿੱਟਾ ਧਲੇਤੇ 'ਚੋਂ ਬਾਹਰ ਜਾ ਰਿਹਾ। ਪਤਾ ਨਹੀਂ ਕਿੱਥੋਂ ਧਲੇਤੇ 'ਚ ਆਉਂਦਾ ਔਰ ਬਾਹਰ ਜਾਂਦਾ। ਬੱਚੇ ਸੇਵਨ ਕਰਦੇ ਪਏ ਆ। ਸਾਡੀ ਬਹੁਤ ਤਕੜੀ ਪ੍ਰੋਬਲਮ ਸੀਗੀ। ਪਹਿਲਾਂ ਅਸੀਂ ਪਿੰਡ ਦੇ ਹੋਰ ਬਾਕੀ ਕੰਮ ਕੀਤੇ, ਹੁਣ ਸਾਡੇ 1.5 ਸਾਲ ਰਹਿ ਗਿਆ। ਪਰ ਅਸੀਂ ਇਹ ਚਿੱਟੇ ਦਾ ਜੋ ਕਾਰੋਬਾਰ ਆ ਇਹਨੂੰ ਪਿੰਡ 'ਚੋਂ ਖਤਮ ਕਰਕੇ ਛੱਡਾਂਗੇ। ਹੋਇਆ ਸ਼ਾਇਦ ਅਸੀਂ ਇਲਾਕੇ 'ਚੋਂ ਖਤਮ ਕਰਕੇ ਛੱਡੀਏ। ਔਰ ਰਾਤ SSP ਸਾਹਿਬ ਆਏ ਸੀਗੇ, ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਜੋ ਵੀ ਤੁਹਾਡੀ ਚੌਂਕੀ ਦੇ ਵਿੱਚ 18 ਪਿੰਡ ਪੈਂਦੇ ਆ, ਇਹਨਾਂ 'ਚੋਂ ਅਸੀਂ ਚਿੱਟਾ 10 ਦਿਨਾਂ 'ਚ ਖਤਮ ਕਰ ਦਾਂਗੇ। ਔਰ ਅਸੀਂ ਉਹਨਾਂ ਤੋਂ ਜੋ ਉਹਨਾਂ ਨੇ ਕਿਹਾ ਉਹ ਲਿਖਤੀ ਰੂਪ ਦੇ ਵਿੱਚ ਲਿਆ। ਔਰ ਸਾਡਾ ਯੋਧਾ ਮੂਹਰੇ ਗੱਲ ਕਰਦਾ ਸੀਗਾ, ਕਾਂਤੀ ਮੋਹਨ ਲਾਲ ਮਠੱਡਾ ਜੀ, ਸਤਿਕਾਰਯੋਗ ਸਾਡੇ, ਜਿਨ੍ਹਾਂ ਨੇ ਸਾਡੀ ਬਾਂਹ ਫੜੀ ਆ। ਉਹਨਾਂ ਦੀ ਅਗਵਾਈ ਹੇਠ ਇਹ ਧਰਨਾ ਚੱਲਿਆ ਔਰ ਗਾਂ ਵੀ ਜੇ ਅਸੀਂ ਧਰਨਾ ਕਿਤੇ ਲਾਉਂਦੇ ਆ, ਉਹਨਾਂ ਦੀ ਅਗਵਾਈ ਹੇਠ ਲੱਗੂਗਾ। ਔਰ ਇਹ ਸੰਘਰਸ਼ ਇੱਦਾਂ ਹੀ ਜਾਰੀ ਰਹੂਗਾ ਜਦ ਤੱਕ ਸਾਡੇ ਫਲੋਰ ਹਲਕੇ ਦੇ ਵਿੱਚੋਂ ਚਿੱਟੇ ਦਾ ਕੰਮ, ਚਿੱਟੇ ਦੇ ਵਪਾਰੀ ਇੱਥੋਂ ਖਤਮ ਨਹੀਂ ਕਰ ਦਿੰਦੇ, ਕਿਤੇ ਹੋਰ ਪਾਸੇ ਜਾ ਕੇ ਨਹੀਂ ਰਹਿੰਦੇ। ਇਹ ਬਿਜ਼ਨਸ ਅਸੀਂ ਫਲੋਰ ਹਲਕੇ ਦੇ ਵਿੱਚ ਨਹੀਂ ਚੱਲਣ ਦੇਣਾ। ਪਹਿਲਾਂ ਪਿੰਡ ਦੀ ਗੱਲ ਸੀ, ਫਿਰ ਇਲਾਕੇ ਦੀ ਗੱਲ ਹੋਈ। ਹੁਣ ਸਾਡੀ ਮੰਗ ਇਹੀ ਆ ਜੀ, ਫਲੋਰ ਹਲਕੇ ਦੇ ਵਿੱਚ ਇਹ ਚਿੱਟੇ ਦਾ ਕੰਮ ਖਤਮ ਕਰਾਂਗੇ। ਸਾਡੀ ਮੁਹਿੰਮ ਦਾ ਸਾਰੇ ਭਰਾ ਜਿੰਨੇ ਵੀ ਦੇਖਦੇ ਆ, ਅਸੀਂ ਉਹਨਾਂ ਨੂੰ ਇਹੀ ਕਹਿੰਦੇ ਆ, ਸਾਡੀ ਮੁਹਿੰਮ ਦਾ ਵੱਧ ਤੋਂ ਵੱਧ ਸਾਥ ਦਿਓ। ਸਹਿਯੋਗ ਦੀ ਲੋੜ ਆ। ਤੁਹਾਡੇ ਇਕੱਠ ਨੇ ਦੱਸਣਾ ਵੀ ਆਪਾਂ ਆਪਣੇ ਇਲਾਕੇ 'ਚ ਚਿੱਟਾ ਵਿਕਣ ਦੇਣਾ ਜਾਂ ਨਹੀਂ ਵਿਕਣ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਾਣਨਾ ਤੁਹਾਡੇ ਤੋਂ ਚਾਹੁੰਦੇ ਆ ਕਿ ਯਤਨ ਤਾਂ ਹੋ ਰਹੇ ਨੇ ਪਿੰਡ ਵੱਲੋਂ, ਪਿੰਡ ਦੇ ਨੌਜਵਾਨ ਅੱਗੇ ਹੋ ਕੇ ਯਤਨ ਕਰ ਰਹੇ ਨੇ, ਪਰ ਪ੍ਰਸ਼ਾਸਨ ਨੂੰ ਕੀ ਕਮੀ ਹੈ? ਉਹ ਕਿਉਂ ਨਹੀਂ ਸਾਥ ਦੇ ਰਿਹਾ ਜਾਂ ਉਹ ਕਾਰਵਾਈ ਕਿਉਂ ਨਹੀਂ ਕਰਦਾ? ਸਰਕਾਰਾਂ ਦੀ ਨਲਾਇਕੀ ਹੈ ਜੀ। ਸਰਕਾਰਾਂ ਇਮਾਨਦਾਰੀ ਨਾਲ ਕੰਮ ਕਰਦੀਆਂ ਹੋਣ ਤਾਂ ਪੁਲਿਸ ਪ੍ਰਸ਼ਾਸਨ ਦੀ ਕੀ ਹਿੰਮਤ ਆ ਕਿ ਨਾ ਕੰਮ ਕਰਨ। ਮੈਂ ਤਾਂ ਇਹ ਸਮਝਦਾ ਕਿ ਸਰਕਾਰਾਂ ਦੀ ਨਲਾਇਕੀ ਹੈ ਇਹ, ਚਾਹੇ ਪਹਿਲੀਆਂ ਸਰਕਾਰਾਂ ਸੀ ਚਾਹੇ ਹੁਣ ਦੀ ਮੌਜੂਦਾ ਸਰਕਾਰ ਆ। ਜੇ ਮੌਜੂਦਾ ਸਰਕਾਰ ਸਟੈਂਡ ਲੈ ਜਾਵੇ ਤਾਂ ਚਿੱਟੇ ਵਾਲਾ ਕੰਮ ਖਤਮ ਹੋ ਸਕਦਾ। ਸਰਕਾਰ ਮੌਜੂਦਾ ਪੂਰੇ ਪੰਜਾਬ 'ਚ ਤਾਂ ਆ ਗਈ, ਪਰ ਤੁਹਾਡੇ ਇੱਥੇ ਕਾਂਗਰਸ ਤੋਂ ਹੀ ਵਿਧਾਇਕ ਨੇ ਵਿਕਰਮਜੀਤ ਜੀ, ਉਹਨਾਂ ਤੱਕ ਕਦੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕੁਝ ਕੀਤਾ ਜਾਵੇ ਜਾਂ ਹੱਲ ਕੱਢਿਆ ਜਾਵੇ? ਚਲੋ ਸਰ, ਮੈਂ ਤਾਂ ਕਦੇ ਨਹੀਂ ਕੀਤੀ। ਸਾਡੇ ਮੈਂਬਰ ਪੰਚਾਇਤ ਜਿਹੜੇ ਮੇਰੇ ਨਾਲ ਬੋਲ ਕੇ ਹਟੇ ਪਹਿਲਾਂ, ਇਹ ਉਸੇ ਪਾਰਟੀ ਨੂੰ ਬਿਲੋਂਗ ਕਰਦੇ ਸੀ, ਪਰ ਇਹ ਤਾਂ ਹੁਣ ਇਹਨਾਂ ਇਹੀ ਦੱਸ ਸਕਦੇ ਕਿ ਉਹਨਾਂ ਨੇ ਪਹੁੰਚ ਕੀਤੀ ਕਿ ਨਹੀਂ ਕੀਤੀ, ਪਰ ਅਸੀਂ ਨਹੀਂ ਕੀਤੀ। ਸਾਡੇ ਤੱਕ ਆਹ ਧਰਨਾ ਲੱਗਾ ਸਾਡਾ, ਸਾਨੂੰ ਕਿਸੇ ਲੀਡਰ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਸਾਡੇ ਭਾਈਚਾਰੇ ਨੇ, ਸਾਡੀਆਂ ਬੀਬੀਆਂ ਭੈਣਾਂ ਨੇ, ਸਾਡੇ ਨੌਜਵਾਨ ਸਾਥੀਆਂ ਨੇ, ਸਾਡੇ ਬਜ਼ੁਰਗਾਂ ਨੇ ਇਸ ਧਰਨੇ ਨੂੰ ਬੜੇ ਸੁਚੱਜੇ ਢੰਗ ਨਾਲ ਕੀਤਾ ਔਰ ਉਹਦਾ ਰਿਜ਼ਲਟ ਕੱਲ੍ਹ ਥੋੜ੍ਹਾ ਜਿਹਾ ਨਿਕਲਿਆ ਬਈ ਉਹ ਸਾਨੂੰ ਲਿਖਤੀ ਰੂਪ ਵਿੱਚ ਦੇ ਕੇ ਗਏ ਆ। ਪਰ ਜੇ ਉਹ ਕੁਛ ਨਹੀਂ ਕਰਨਗੇ 10 ਦਿਨਾਂ ਦੇ ਵਿੱਚ ਤਾਂ ਅਗਲਾ ਧਰਨਾ ਫਿਰ ਬਹੁਤ ਭਿਆਨਕ ਹੋਊਗਾ ਜੀ। ਸਰਪੰਚ ਸਾਹਿਬ ਤੋਂ ਇੱਕ ਵਾਰੀ ਦੁਬਾਰਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਰਪੰਚ ਸਾਹਿਬ, ਰਾਜਸੀ ਆਗੂਆਂ ਤੱਕ ਪਹੁੰਚ ਕੀਤੀ ਗਈ ਤੁਹਾਡੇ ਵੱਲੋਂ ਕਿਸੇ ਤਰ੍ਹਾਂ ਦੀ? ਨਹੀਂ ਕੀਤੀ ਤਾਂ ਬਥੇਰੀ ਹੈ। ਪਹਿਲਾਂ ਬਿਕਰਮ ਸਿੰਘ ਨਾਲ ਵੀ ਸਾਡਾ ਹੋਇਆ ਸੀ ਗੱਲਬਾਤ। ਉਹ ਕਹਿੰਦੇ ਸੀਗੇ ਵੀ ਅਸੀਂ ਚਿੱਟਾ ਬੰਦ ਕਰਾਵਾਂਗੇ ਵੋਟਾਂ ਤੋਂ ਪਹਿਲਾਂ। ਕੋਈ ਨਹੀਂ ਕੁਛ ਵੀ ਹੋਇਆ, ਨਾ ਸਾਡੇ ਨੂੰ ਸਾਰ ਲਈ। ਹੱਕ ਤਾਂ ਉਹਦਾ ਫੰਡ ਸਾਡੇ ਕੋਲ ਆਉਣ ਸਾਰ ਇੱਕ ਵਾਰੀ ਵੀ ਧਰਨੇ ਤੇ ਨਾ ਕੋਈ ਫੋਨ ਕਾਲ, ਨਾ ਕੋਈ ਉਹਨਾਂ ਦਾ ਕੋਈ ਨੁਮਾਇੰਦਾ, ਕੋਈ ਨਹੀਂ ਸਾਡੇ ਕੋਲ ਆਇਆ। ਸਾਡੇ ਨਾਲ ਇੱਥੇ ਪਿੰਡ 'ਚੋਂ ਹੀ ਮਾਤਾ ਜੀ ਮੌਜੂਦ ਨੇ ਜਿਨ੍ਹਾਂ ਦੇ ਘਰ 'ਚ ਸੋਗ ਦੀ ਲਹਿਰ ਹੈ। ਮਾਤਾ ਜੀ ਨੇ ਹੁਣੇ ਚਿੱਟੇ ਦੇ ਦੈਂਤ ਦੇ ਕਰਕੇ ਆਪਣਾ ਪੁੱਤ ਗਵਾਇਆ ਹੈ। ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੋ ਜਿਹੇ ਹਾਲਾਤ ਸੀ, ਕਿਵੇਂ ਉਹ ਰੋਕ ਨਹੀਂ ਪਾਏ ਤੇ ਇਹ ਘਟਨਾਕ੍ਰਮ ਵਾਪਰ ਗਿਆ। ਸਤਿ ਸ਼੍ਰੀ ਅਕਾਲ ਮਾਤਾ ਜੀ, ਕੀ ਘਟਨਾਕ੍ਰਮ ਵਾਪਰਿਆ ਜੀ? ਮੇਰੇ ਪੁੱਤ ਤਾਂ ਨਸ਼ੇ ਨਾਲ ਹੀ ਮਰਿਆ। ਸਾਨੂੰ ਨਹੀਂ ਪਤਾ, ਕੰਮ ਬੜਾ ਸੋਹਣਾ ਕਰਦਾ ਸੀ। ਸਾਨੂੰ ਕੋਈ ਬਾਹਰ ਜਾਂਦਾ ਸੀ, ਸਾਨੂੰ ਨਹੀਂ ਪਤਾ ਵੀ ਕਿੱਦਾਂ ਉਹਨੇ ਖਾਂਦਾ ਸੀ, ਕਿੱਥੋਂ ਖਾਂਦਾ ਸੀ, ਕਿੱਥੋਂ ਨਹੀਂ। ਇਹ ਤਾਂ ਮੰਤਰੀ ਕਿਸੇ ਨੇ ਨਹੀਂ ਸਾਡੀ ਸੁਣੀ। ਕਿੰਨੀ ਉਮਰ ਸੀ ਨੌਜਵਾਨ ਦੀ? ਹੈਗੀ ਸੀ 21 ਸਾਲਾਂ ਦੀ ਸੀ।
ਮੇਰਾ ਤਾਂ ਦੂਆ ਮੁੰਡਾ ਵੀ ਖਾਂਦਾ। ਅਸੀਂ ਹੁਣ ਜੱਟਾਂ ਨੇ ਮਿਹਨਤ ਕੀਤੀ ਹੈ ਤਾਂ ਉਹ ਗਿਆ ਸੈਂਟਰ ਤੋਰਿਆ ਸੀ ਜੀ। ਅਸੀਂ ਘਰ ਦੇ ਵਿੱਚ ਇੰਨਾ ਦੁਖੀ ਆ, ਇਸ ਵੇਲੇ ਮੇਰਾ ਕੋਈ ਵੀ ਨਹੀਂ ਹੈਗਾ। ਦੂਜੇ ਮੁੰਡੇ ਦੀ ਉਮਰ ਕਿੰਨੀ ਹੈ ਜਿਹਨੂੰ ਤੁਸੀਂ ਸੈਂਟਰ 'ਚ ਭਰਤੀ ਕਰਾਇਆ? ਉਹ 2 ਸਾਲ ਵੱਡਾ ਆ, 23 ਸਾਲਾਂ ਦਾ। ਅਸੀਂ ਦੁੱਖ ਪ੍ਰਗਟ ਕਰਦੇ ਹਾਂ ਇਹਨਾਂ ਦੀ ਜੋ ਹਾਲਾਤ ਨੇ। ਅਸੀਂ ਕਿਸੇ ਤਰ੍ਹਾਂ ਦੀ ਇਸ ਤੋਂ TRP ਨਹੀਂ ਖੱਟਣਾ ਚਾਹੁੰਦੇ ਕਿ ਕਿਸੇ ਦੇ ਹੰਝੂ ਦਿਖਾ ਕੇ ਅਸੀਂ ਉਸ ਤੋਂ ਵਪਾਰ ਕਰੀਏ। ਸਾਡਾ ਇਹ ਮਤਲਬ ਜਾਂ ਮੰਤਵ ਨਹੀਂ ਹੈ। ਹੋਰ ਬਜ਼ੁਰਗ ਸਾਡੇ ਨਾਲ ਮੌਜੂਦ ਨੇ, ਬੀਬੀਆਂ ਮੌਜੂਦ ਨੇ, ਉਹਨਾਂ ਤੋਂ ਜਾਣ ਲੈਂਦੇ ਆ ਕਿਹੋ ਜਿਹੇ ਹਾਲਾਤ ਨੇ ਪਿੰਡ ਦੇ ਵਿੱਚ ਨਸ਼ੇ ਦੇ। ਕੀ ਹਾਲਾਤ ਨੇ? ਬਹੁਤ ਮਾੜੇ ਹਾਲਾਤ ਆ ਪਿੰਡ ਦੇ ਵਿੱਚ, ਬਹੁਤ ਮਾੜੇ ਹਾਲਾਤ ਆ। ਹੁਣ ਅਸੀਂ ਆ ਬੀਬੀ ਸੁਣ ਇਹਦੇ ਮੁੰਡਾ ਮੁੱਕ ਗਿਆ 21 ਸਾਲ ਦਾ, ਦੂਜਾ ਮੁੰਡਾ 22 23 ਸਾਲ ਦਾ, 24 ਸਾਲ ਦਾ, ਉਹ ਜਮ੍ਹਾਂ ਕਰਾ ਕੇ ਆਂਦਾ ਪਿੰਡ ਵਾਲਿਆਂ ਨੇ। ਤੇ ਹੋਰ ਵੀ ਬੱਚੇ ਸਾਡੇ ਪਿੰਡ ਦੇ ਬੱਚੇ ਬਹੁਤ ਨਸ਼ਾ ਕਰਦੇ ਆ। ਤੇ ਅਸੀਂ ਤਾਂ ਹੁਣ ਸਾਡੇ ਪਿੰਡ ਦੇ ਵਿੱਚ ਅੱਤ ਹੋ ਗਈ ਆ, ਅੱਤ ਹੋ ਗਈ ਤਾਂ ਅਸੀਂ ਉੱਠੇ ਆ। ਤੇ ਸਾਡਾ ਤਾਂ ਬਹੁਤ ਬੁਰਾ ਹਾਲ ਆ। ਇੱਕ ਇੱਕ ਬੱਚਾ ਆ ਮਾਵਾਂ ਦਾ, ਕਿਸੇ ਦੇ 2 ਬੱਚੇ ਆ, ਇੱਕ ਘਰ ਇੱਕ ਨਸ਼ਿਆਈ ਬੈਠਾ ਆ ਹੈ। ਤੇ ਅਸੀਂ ਕੀ ਕਰੀਏ? ਕਰਨਾ ਤਾਂ ਹੁਣ ਅਸੀਂ ਤਾਂ ਇਹਨਾਂ ਦੇ ਮੂਹਰੇ ਪਿੱਟਣਾ ਆ। ਸਾਨੂੰ ਨਹੀਂ ਪਤਾ ਨਸ਼ਾ ਸਾਡੇ ਪਿੰਡ ਦੇ ਵਿੱਚ ਆਉਂਦਾ ਕਿੱਧਰੋਂ ਆ, ਕੌਣ ਵੇਚਦਾ ਆ। ਨਿਆਣਿਆਂ ਨੂੰ ਪੁੜੀਆਂ ਬਣਾ ਬਣਾ ਕੇ ਦਿੰਦੇ, ਘਰ ਦੇ ਭਾਂਡੇ ਵੀ ਨਿਆਣੇ ਵੇਚੀ ਜਾਂਦੇ ਆ, ਚੋਰੀਆਂ ਕਰਦੇ, ਡਾਕੇ ਕਰਦੇ ਆ, ਔਰ ਫਿਰ ਉਹ ਜੇਲ੍ਹਾਂ 'ਚ ਜਾਂਦੇ ਆ। ਉਹਨਾਂ ਦਾ ਭਵਿੱਖ ਸਾਰਾ ਖਰਾਬ ਹੋਈ ਜਾਂਦਾ ਹੈ। ਮਾਤਾ ਜੀ, ਪਿੰਡ ਵਿੱਚ ਸੁਣਨ 'ਚ ਆਇਆ ਸੀ ਕਿ ਮੌਤਾਂ ਹੁੰਦੀਆਂ ਨੇ, ਲਗਾਤਾਰ ਮੌਤਾਂ ਹੋ ਰਹੀਆਂ ਨੇ ਨਸ਼ੇ ਦੇ ਕਰਕੇ। ਹੁਣ ਤੱਕ ਕਿੰਨੀਆਂ ਕੁ ਮੌਤਾਂ ਹੋ ਚੁੱਕੀਆਂ ਨੇ? ਇੱਕ ਤਾਂ ਹੋ ਗਏ ਜੀ 6 ਮਹੀਨੇ ਹੋਏ ਆ ਮੁੰਡਾ ਮੁੱਕਾ, ਤੇ ਇੱਕ ਹਜੇ ਆ 15 ਕੁ ਦਿਨ ਹੋ ਗਏ ਜਿੱਦਾਂ ਸਾਡਾ ਬੇਟਾ ਖਤਮ ਹੋਇਆ। ਇਹਨਾਂ ਦਾ ਸਾਡੀ ਤਾਂ ਜਠਾਣੀ ਲੱਗਦੀ ਆ। ਅਸੀਂ ਬਹੁਤ ਦੁਖੀ ਹੋ ਕੇ ਇਹ ਕਦਮ ਚੱਕਿਆ ਕਿਉਂਕਿ ਗਾਂ ਸਾਡੀ ਪੀੜ੍ਹੀ ਖਤਮ ਹੋ ਰਹੀ ਆ। ਠੀਕ ਨਹੀਂ, ਜਿਹੜੇ ਬੱਚੇ ਵਿਆਹੇ ਆ ਅਸੀਂ ਉਹਨਾਂ ਤੋਂ ਗਾਂ ਪੋਤੇ ਪੋਤਿਆਂ ਦੀ ਆਸ ਨਹੀਂ ਰੱਖ ਸਕਦੇ। ਇਸ ਕਰਕੇ ਅਸੀਂ ਦੁਖੀ ਹੋ ਕੇ ਇਹ ਕਦਮ ਚੱਕਿਆ। ਭਲਾ ਹੋਵੇ ਜਿਹਨੇ ਸਾਡਾ ਇੰਨਾ ਸਾਥ ਦਿੱਤਾ। ਮੋਹਨ ਕਾਂਤੀ ਦਾ ਅਸੀਂ ਭਲਾ ਬਹੁਤ ਮਤਲਬ ਧੰਨਵਾਦ ਕਰਦੇ ਹਾਂ, ਪਰ ਬਹੁਤ ਔਖਾ ਹੋ ਕੇ ਅਸੀਂ ਇਹ ਕਦਮ ਚੱਕਿਆ। ਧੰਨਵਾਦ ਉਹਨਾਂ ਦਾ ਜਿਹਨੇ ਸਾਡਾ ਸਾਥ ਦਿੱਤਾ। ਅਸੀਂ ਤਾਂ ਇਹ ਕਹਿੰਦੇ ਸਾਡੇ ਪਿੰਡੋਂ ਇਹ ਕੋੜ ਚੱਕਿਆ ਜਾਵੇ ਕਿ ਜਦੋਂ ਅਸੀਂ ਇਹਨੂੰ ਰੋਂਦੀ ਨੂੰ ਦੇਖਦੇ ਆ ਪਰ ਸਾਡੇ ਕੋਲ ਝੱਲੀ ਨਹੀਂ ਜਾਂਦੀ। ਗੋਡੇ ਤੋਂ ਨਹੀਂ ਤੁਰ ਸਕਦੀ, ਆਪਣਾ ਕਰਕੇ ਵੀ ਨਹੀਂ ਖਾ ਸਕਦੀ। ਭਾਜੀ ਸਾਡੇ ਦੀ ਡੈਥ ਹੋ ਚੁੱਕੀ, ਤੁਸੀਂ ਦੱਸੋ ਕਿੱਥੋਂ ਵਿਚਾਰੀ ਰੋਟੀ ਖਾਊਗੀ? ਲੜਕੀਆਂ ਪਤਾ ਨਹੀਂ ਕਿੱਦਾਂ ਸੀ ਦਰੋਂ ਠਾਲੀਆਂ ਉਹਦੀਆਂ। ਦੱਸਦੇ ਸੀ ਕਿ ਚਿੱਟਾ ਵਿਕਦਾ ਵੀ ਪਿੰਡ ਦੇ ਵਿੱਚ ਹੀ ਹੈ, ਉਹ ਕੀ ਮੰਨਦੇ? ਹਾਂਜੀ, ਪਿੰਡ ਦੇ ਵਿੱਚ ਇਹ ਵਿਕਦਾ ਆ। ਸੈਂਸੀਆਂ ਦੇ ਘਰ ਆ ਸਾਡੇ, ਉਹ ਸ਼ਰੇਆਮ ਚਿੱਟਾ ਵੇਚ ਰਹੇ ਸੀ। ਕੋਈ ਗੰਨੀ ਸੀ ਆਵਾਜ਼ 18 ਜਿੱਦਣ ਦਾ ਸਾਡਾ ਮੁੰਡਾ ਮੁੱਕਾ ਉਦਣ ਦੀ ਆਵਾਜ਼ ਉੱਠੀ ਹੈ ਕਿਉਂਕਿ ਸਾਰੇ ਪਿੰਡ ਨੇ ਸਾਡਾ ਦੁੱਖ ਮੰਨਿਆ ਤੇ ਸਾਰੇ ਇਕੱਠੇ ਹੋ ਕੇ ਸਾਡਾ ਸਾਥ ਦਿੱਤਾ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਸ਼ੇ ਦਾ ਕੋੜ ਹੈ, ਹੌਲੀ ਹੌਲੀ ਖਾਂਦਾ ਜਾ ਰਿਹਾ ਹੈ। ਸਰਪੰਚ ਸਾਹਿਬ ਤੋਂ ਇੱਕ ਹੋਰ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ। ਜੀ ਸਰਪੰਚ ਸਾਹਿਬ, ਇੱਕ ਹੋਰ ਸਵਾਲ ਹੈ ਇੱਥੇ ਖੜਾ ਹੁੰਦਾ ਵੀ ਜੇਕਰ ਤੁਸੀਂ ਸ਼ਰੇਆਮ ਨਾਮ ਦੱਸ ਰਹੇ ਹੋ ਪੁਲਿਸ ਨੂੰ, ਤੇ ਫਿਰ ਉਹ ਜਿਹੜੇ ਘਰ ਨੇ ਉਹ ਕਰ ਕੀ ਰਹੇ ਨੇ? ਉਹਨਾਂ ਨੂੰ ਖੁਦ ਤੋਂ ਨਹੀਂ ਦਿਖਦਾ ਕਿ ਇਸ ਤਰ੍ਹਾਂ ਜਾਨਾਂ ਜਾ ਰਹੀਆਂ ਨੇ? ਜਾਂ ਫਿਰ ਜੇਕਰ ਤੁਸੀਂ ਸ਼ਰੇਆਮ ਨਾਮ ਦੱਸ ਰਹੇ ਹੋ ਤੇ ਜੇਕਰ ਇਸ ਤਰ੍ਹਾਂ ਕਿਸੇ ਦਾ FIR 'ਚ ਨਾਮ ਆ ਜਾਵੇ, ਉਸ ਨੂੰ ਪੁਲਿਸ ਫਲੋਰ ਨਹੀਂ ਪਹੁੰਚਣ ਦਊਗੀ, ਪਰ ਇਹ ਕੀ ਮਾਜਰਾ ਹੈ ਕਿ ਉਹ ਸ਼ਰੇਆਮ ਘੁੰਮ ਰਹੇ ਨੇ? ਇਹ ਸਾਡੇ ਪਿੰਡ ਚੌਂਕੀ ਕਰਕੇ ਤਾਂ ਉਹ ਘੁੰਮ ਰਹੇ ਹੈ। ਜੇ ਚੌਂਕੀ ਸ਼ਾਇਦ ਨਾ ਹੋਵੇ ਫੇ ਨਾ ਸ਼ਾਇਦ ਪੂਰੀ ਸ਼ਹਿਰ ਲੀਡਰਾਂ ਦੀਆਂ ਵੱਡੇ ਲੈਵਲ ਤੇ ਕੰਮ ਹੋ ਰਿਹਾ, ਕੋਈ ਛੋਟਾ ਮੋਟਾ ਨਹੀਂ। ਅਸੀਂ ਤਾਂ ਰਾਤੀ ਵੀ ਗੱਲ ਕੀਤੀ ਆ ਵੀ ਜਿਹੜਾ ਚੌਂਕੀ ਚਾਰਜ ਆ ਵੀ ਉਹਨੂੰ ਦੱਸ ਦਿਓ ਵੀ ਕਿਹਦੀ ਰੋਕ ਟੋਕ ਆ, ਵੀ ਉਹਨੂੰ ਖੁੱਲੀਆਂ ਬਾਗਾਂ ਦੇ ਦਿਓ ਵੀ ਜੇ ਮੈਂ ਕੋਈ ਕ੍ਰਾਈਮ ਕਰ ਲਵਾਂ ਮੈਨੂੰ ਫਲੋਰ ਨਹੀਂ ਟੱਪਣ ਦੇਣਾ। ਨਹੀਂ, ਅਸੀਂ ਰਾਤੀ ਵੀ SP ਨਾਲ ਗੱਲ ਕੀਤੀ ਵੀ ਮੈਨੂੰ ਤੁਸੀਂ ਫਲੋਰ ਨਹੀਂ ਟੱਪਣ ਦੇਣਾ। ਇਹ ਰਲੀ ਮਿਲੀਆਂ ਸਰਕਾਰਾਂ ਆ, ਕੁਛ ਨਹੀਂ ਕਰਦੀਆਂ। ਇਹ ਕਹਿੰਦੇ ਬਲਦਾਰ ਆ, ਕੋਈ ਬਲਦਾਰ ਸਾਡੇ ਤਾਂ ਆਇਆ ਨਹੀਂ ਪਿੰਡ। ਸਾਡੇ ਪਿੰਡ ਹੋਰ ਨਸ਼ਾ ਜ਼ਿਆਦਾ ਵਿਕਣ ਲੱਗ ਪਿਆ। ਜੀ, ਸਾਡੇ ਨਾਲ ਪੰਚ ਨੇ, ਉਹ ਵੀ ਕੁਝ ਕਹਿਣਾ ਚਾਹੁੰਦੇ ਨੇ, ਉਹਨਾਂ ਤੋਂ ਜਾਣ ਲੈਂਦੇ ਆ। ਜੀ, ਕੁਝ ਕਹਿਣਾ ਚਾਹੁੰਦੇ ਸੀ ਤੁਸੀਂ? ਭਾਜੀ ਸਾਡੀ ਤਾਂ ਸਰਕਾਰ ਨੂੰ ਇਹੀ ਅਪੀਲ ਆ ਵੀ ਜੇ ਸਾਡੀ ਵੀਡੀਓ ਸ਼੍ਰੀਮਾਨ ਭਗਵੰਤ ਮਾਨ ਤੱਕ ਪਹੁੰਚਦੀ ਆ ਤਾਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਸ ਵਿਧਵਾ ਮਾਂ ਦੀ ਸੁਣਵਾਈ ਕੀਤੀ ਜਾਵੇ। ਇਸ ਮਾਂ ਦਾ ਇੱਕ ਪੁੱਤ ਚਲਾ ਗਿਆ ਜੋ ਸਹਾਰਾ ਸੀਗਾ, ਦੂਜਾ ਪੁੱਤ ਉਹ ਵੀ ਨਸ਼ੇ ਦੀ ਦਲਦਲ 'ਚ ਫਸਿਆ ਆ। ਜੇ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇ ਤਾਂ ਬਹੁਤ ਉਹਨਾਂ ਦਾ ਧੰਨਵਾਦ ਕਰਾਂਗੇ। ਔਰ ਜੇ ਉਹ ਸਾਡੇ ਇਲਾਕੇ 'ਚ ਕੰਮ ਹੁੰਦਾ ਆ, ਤੁਸੀਂ ਵਾਰ-ਵਾਰ ਇੱਕ ਸਵਾਲ ਕਰਦੇ ਆ ਸਾਰਿਆਂ ਨੂੰ, ਅਸੀਂ ਤੁਹਾਨੂੰ ਸਪਸ਼ਟ ਦੱਸਣਾ ਚਾਹੁੰਦੇ ਆ ਵੀ ਜਦੋਂ ਵੋਟਾਂ ਆਉਂਦੀਆਂ ਉਦੋਂ ਸਾਡੇ ਪਿੰਡ ਲੀਡਰ ਆਉਂਦੇ ਆ,
ਜਦੋਂ ਵੋਟਾਂ ਖਤਮ ਹੋ ਜਾਂਦੀਆਂ ਉਦੋਂ ਬਾਅਦ ਚੋਂ ਸਾਡੇ ਇਲਾਕੇ 'ਚ ਕੋਈ ਲੀਡਰ ਨਹੀਂ ਦਿਸਦਾ, ਕੋਈ ਵੀ ਨਹੀਂ, ਨਾ ਕੋਈ ਅਕਾਲੀ, ਨਾ ਕੋਈ ਕਾਂਗਰਸ, ਨਾ ਕੋਈ ਝਾੜੂ ਵਾਲਾ, ਕੋਈ ਲੀਡਰ ਨਹੀਂ ਸਾਡੇ ਪਿੰਡ ਦੱਸਦਾ। ਸਾਡੇ ਪਿੰਡਾਂ 'ਚ ਹੁਣ ਸਾਡੀ ਇਹੀ ਮੰਗ ਆ ਵੀ ਜੇ ਕਿਸੇ ਲੀਡਰ ਨੇ ਸਾਡੇ ਪਿੰਡ ਆਉਣਾ ਪਲੀਜ਼ ਉਹ ਗੇਟ ਤੋਂ ਬਾਹਰੋਂ ਹੀ ਮੁੜ ਜਾਣ, ਕਿਉਂਕਿ ਨਹੀਂ ਤਾਂ ਉਹਨਾਂ ਦੀਆਂ ਕਾਲੀਆਂ ਝੰਡੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਣਾ। ਸਾਡੇ ਪਿੰਡ ਕੋਈ ਵੀ ਲੀਡਰ ਨਾ ਆਵੇ। ਜਦ ਸਾਡੇ ਇੰਨੇ ਦਿਨ ਹੋ ਗਏ ਕਿਸੇ ਨੇ ਸੁਣਵਾਈ ਨਹੀਂ ਕੀਤੀ, ਹੁਣ ਅਸੀਂ ਜੋ ਵੀ ਕਰਨ ਜਾਵਾਂਗੇ ਅੱਗੇ ਉਹਦੀ ਰਣਨੀਤੀ ਰੂਪ ਰੇਖਾ ਬਹੁਤ ਬੜੀ ਆ। ਅਸੀਂ ਇਹੀ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਕਿ ਜੋ ਵੀ ਚਿੱਟਾ ਸਾਡੇ ਪਿੰਡ ਵਿਕਦਾ ਇਹ ਘਰ ਸੀਲ ਕੀਤੇ ਜਾਣ, ਇਹ ਘਰਾਂ ਵਾਲਿਆਂ ਨੂੰ ਫੜਿਆ ਜਾਵੇ ਔਰ ਇਹਨਾਂ 'ਤੇ ਚਿੱਟੇ ਦਾ ਹੀ ਕੇਸ ਪਾਇਆ ਜਾਵੇ। ਸਾਡੇ ਪਹਿਲਾਂ ਇਹਨਾਂ ਨੇ ਪਿੰਡੋਂ 2 ਮੁੰਡੇ ਨਜਾਇਜ਼ ਚੱਕ ਕੇ ਉਹਨਾਂ 'ਤੇ ਗੋਲੀਆਂ ਦਾ ਕੇਸ ਪਾ ਦਿੱਤਾ, ਜਦ ਕਿ ਉਹ ਗੋਲੀਆਂ ਖਾਂਦੇ ਵੀ ਨਹੀਂ, ਵੇਚਣਾ ਤਾਂ ਕੀ ਖਾਂਦੇ ਵੀ ਨਹੀਂ ਸੀਗੇ, ਨਜਾਇਜ਼ ਵੀ ਕਰਦੀ ਪਈ ਆ ਪੁਲਿਸ। ਪਰ ਐਸਐਸਪੀ ਨੇ ਸਾਨੂੰ ਰਾਤੀ ਵਾਅਦਾ ਕੀਤਾ ਆ, ਅਸੀਂ ਉਹਨਾਂ ਦੀ ਵਾਅਦੇ ਦੀ ਵੇਟ ਕਰਾਂਗੇ ਔਰ 10 ਦਿਨ ਉਹਨਾਂ ਨੇ ਦਿੱਤੇ ਆ, ਅਸੀਂ 10 ਦਿਨ ਜ਼ਰੂਰ ਵੇਟ ਕਰਾਂਗੇ। ਇੰਨਾ ਟਾਈਮ ਹੋ ਗਿਆ ਵੇਟ ਕਰਦਿਆਂ ਨੂੰ, 10 ਦਿਨ ਦੀ ਵੇਟ ਅਸੀਂ ਜ਼ਰੂਰ ਕਰਾਂਗੇ। 10 ਦਿਨ ਜੇਕਰ ਕਾਰਵਾਈ ਹੁੰਦੀ ਹੈ ਉੱਦਾਂ ਤਾਂ ਆਸਬੰਦ ਹੀ ਰਹਿਣਾ ਚਾਹੀਦਾ ਕਿ ਜੇਕਰ ਕਾਰਵਾਈ ਨਹੀਂ ਹੁੰਦੀ ਫਿਰ ਤੁਸੀਂ ਕਿਹੋ ਜਿਹੇ ਕਦਮ ਚੁੱਕੋਗੇ? ਅਸੀਂ ਜੀ ਕਾਰਵਾਈ ਜੇ ਨਾ ਹੋਈ ਫੇਰ ਤਾਂ ਤੁਹਾਨੂੰ ਜਿੱਦਾਂ ਸਾਡੀ ਮਾਨਯੋਗ ਪੰਚਾਇਤ ਨੇ ਵੀ ਸਾਰੀ ਨੇ ਦੱਸਿਆ ਹੀ ਆ, ਫੇਰ ਤਾਂ ਅਸੀਂ ਬਹੁਤ ਵੱਡੇ ਪੱਧਰ ਤੇ ਇਹ ਜੰਗ ਲੜਨੀ ਹੈ। ਪਰ ਸਾਨੂੰ ਆਸ ਆ, ਸਾਡੇ ਨਾਲ ਸ਼੍ਰੀ ਕਾਂਤੀ ਮੋਹਨ ਜੀ ਸਰਪੰਚ ਮਠੱਡਾ ਕਲਾਂ ਤੋਂ ਖੜੇ ਆ, ਉਹਨੇ ਵੀ ਸਾਨੂੰ ਆਸ ਦਵਾਈ ਆ ਵੀ ਤੁਸੀਂ ਟੈਨਸ਼ਨ ਨਾ ਲਓ। ਜੇ 10 ਦਿਨ ਦੇ ਵਿੱਚ, ਉਹਨੇ 10 ਦਿਨ ਤਾਂ ਕਿਹਾ ਹੈ ਨਾ, ਉਹ ਕਹਿੰਦੇ ਜੇ 5 ਦਿਨ ਦੇ ਵਿੱਚ ਕੰਮ ਨਹੀਂ ਹੋ ਰਿਹਾ ਤਾਂ ਫਿਰ ਅਸੀਂ 6ਵੇਂ ਦਿਨ ਤੋਂ ਧਰਨਾ ਉਲੀਕਣਾ ਸ਼ੁਰੂ ਕਰ ਦੇਣਾ ਆ। ਫਿਰ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਅਸੀਂ ਕੰਮ ਕਰਾਂਗੇ, ਜੰਗੀ ਪੱਧਰ ਤੇ। ਫਿਰ ਸਰਕਾਰ ਨੂੰ ਆਪਣੀਆਂ ਭਾਜੜਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਜੀ। ਬਾਕੀ ਜਿੱਦਾਂ ਇਨੀ ਪੰਚ ਸਾਹਿਬ ਨੇ ਕਿਹਾ ਆ ਵੀ ਜਿੱਦਾਂ ਉਹ ਜਿਨ੍ਹਾਂ ਦਾ ਬੇਟਾ ਚਲੇ ਗਿਆ ਇਸ ਦੁਨੀਆ ਤੋਂ, ਉਹ ਆਪ ਵੀ ਜਿੱਦਾਂ ਤੁਰ ਨਹੀਂ ਸਕਦੇ, ਉਹਨਾਂ ਦੇ ਸਿਰ 'ਤੇ ਵੀ ਸਾਇਆ ਹੈ ਨਹੀਂਗਾ ਕੋਈ ਵੀ, ਉਹ ਤੇ ਉਹਨਾਂ ਦਾ ਜਿਹੜਾ ਦੂਜਾ ਬੇਟਾ ਆ ਉਹ ਵੀ ਨਸ਼ੇ ਕਰਦਾ ਆ, ਤੇ ਹੁਣ ਉਹਨਾਂ ਦਾ ਉਹ ਪੁੱਤਰ ਸੀਗਾ ਉਹੀ ਕਮਾਉਂਦਾ ਸੀ, ਗੱਡੀ ਚਲਾਉਂਦਾ ਸੀ ਜੀ, ਉਹ ਨਸ਼ੇ ਨਾਲ ਮਰ ਗਿਆ ਆ। ਹੁਣ ਆਪਾਂ ਉਹਨਾਂ ਨੂੰ ਵੀ ਕੁਛ ਨਾ ਕੁਛ ਮੁਆਵਜ਼ਾ ਮਿਲਣਾ ਚਾਹੀਦਾ ਆ, ਹੈ ਨਾ। ਆਪਾਂ ਸਰਕਾਰ ਤੋਂ ਤਾਂ ਇਹੀ ਮੰਗ ਕਰਦੇ ਹਾਂ ਵੀ ਉਹਨਾਂ ਨੂੰ ਵੀ ਕੁਛ ਨਾ ਕੁਛ ਸਹਾਇਤਾ ਦਿੱਤੀ ਜਾਏ, ਮਾਲੀ ਸਹਾਇਤਾ। ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਨੌਕਰੀਆਂ ਦੇ ਦਿਓ, ਉਹ ਦੇ ਦਿਓ, ਉਹਨੇ ਕੀ ਨੌਕਰੀ ਕਰ ਲੈਣੀ ਆ। ਹੁਣ ਫਿਰ ਸਾਨੂੰ, ਅਸੀਂ ਤਾਂ ਇਹੀ ਆਸ ਰੱਖਦੇ ਵੀ ਉਹਨਾਂ ਨੂੰ ਵੀ ਜੋ ਬਣਦਾ ਆ ਉਹਨਾਂ ਦਾ, ਸਾਨੂੰ ਪਤਾ ਹੀ ਆ, ਤੁਸੀਂ ਵੀ ਆਪ ਵੀ ਸਮਝਦਾਰ ਆ ਜੀ, ਰੋਜੀ ਰੋਟੀ ਯੋਗਾ ਉਹਨਾਂ ਨੂੰ ਮਿਲਣਾ ਚਾਹੀਦਾ ਮੁਆਵਜ਼ਾ ਜੀ। ਬਸ ਧੰਨਵਾਦ ਜੀ। ਸੋ ਧਲੇਤਾ ਪਿੰਡ ਦੀ ਇਹ ਤਸਵੀਰ ਹੈ, ਫਲੌਰ 'ਚ ਇਹ ਪਿੰਡ ਆਉਂਦਾ ਹੈ। ਤੁਸੀਂ ਮਾਂ ਦੀਆਂ ਅੱਖਾਂ ਦੇ ਹੰਝੂ ਵੀ ਵੇਖੇ, ਸਰਪੰਚ ਸਾਹਿਬ ਨੇ ਵੀ ਤੁਹਾਨੂੰ ਸਾਰਾ ਕੁਝ ਦੱਸਿਆ। ਚਿੱਟੇ ਨੇ ਨਿਗਲਣਾ ਸ਼ੁਰੂ ਕੀਤਾ ਹੋਇਆ ਪਿੰਡ ਨੂੰ, ਲਗਾਤਾਰ ਲੰਬੇ ਸਮੇਂ ਤੋਂ ਨਿਗਲ ਰਿਹਾ ਹੈ, ਕਈ ਮੌਤਾਂ ਹੋ ਚੁੱਕੀਆਂ ਨੇ। ਪਰ ਅਸੀਂ ਆਸਵੰਦ ਹਾਂ, ਜਿਸ ਤਰ੍ਹਾਂ ਇਹਨਾਂ ਨੂੰ ਕੱਲ੍ਹ ਪੁਲਿਸ ਦੇ ਵੱਲੋਂ ਭਰੋਸਾ ਦਿੱਤਾ ਗਿਆ ਹੈ ਉਸ ਉੱਪਰ ਕਾਰਵਾਈ ਹੋਵੇ, ਪੁਲਿਸ ਕਦਮ ਚੁੱਕੇ ਤੇ ਜਿਹੜੇ ਵੀ ਅਜਿਹੇ ਅਨਸਰ ਨੇ ਜੋ ਲਗਾਤਾਰ ਮੌਤਾਂ ਦਾ ਕਾਰਨ ਬਣ ਰਹੇ ਨੇ, ਸਿਰਫ ਆਪਣੇ ਖਾਤਰ, ਪੈਸਿਆਂ ਦੇ ਖਾਤਰ ਅਜਿਹਾ ਕਰ ਰਹੇ ਨੇ, ਉਹਨਾਂ 'ਤੇ ਨੱਥ ਕੱਸੀ ਜਾਵੇ। ਅਸੀਂ ਇਹੀ ਆਸ ਕਰਦੇ ਹਾਂ। ਸੋ ਇਹ ਸੀ ਸਾਡੀ ਅੱਜ ਦੀ ਖਾਸ ਰਿਪੋਰਟ। ਅਜਿਹੀਆਂ ਵਧੇਰੇ ਖਬਰਾਂ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਵੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।